प्यारे विद्यार्थियों, प्यार भरी सत श्री अकाल। मैं लखविंदर कौर, पंजाबी मिस्ट्रेस, सरकारी हाई स्कूल पटोया। बेटा, मेरी पिछली वीडियो ਦੇ ਵਿੱਚ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਤੱਕ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ ਤੇ ਇਸ ਵੀਡੀਓ ਵਿੱਚ ਅੱਜ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਅਤੇ ਉਹਨਾਂ ਦੇ ਬਲੀਦਾਨ ਦੇ ਬਾਰੇ ਵਿੱਚ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕਰਾਂਗੇ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਯਾਤਰਾ ਤੇ ਗਏ ਹੋਏ ਸਨ ਤਾਂ ਉੱਥੇ ਹੀ ਉਹਨਾਂ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਬਾਰੇ ਵਿੱਚ ਪਤਾ ਚੱਲਾ ਤਾਂ ਇਹ ਸੁਣ ਕੇ ਗੁਰੂ ਜੀ ਅਸਾਮ ਤੋਂ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਆ ਗਏ। ਔਰੰਗਜ਼ੇਬ ਬੇਟਾ ਇੱਕ ਬਹੁਤ ਹੀ ਪੱਖਪਾਤੀ ਬਾਦਸ਼ਾਹ ਸੀ। ਉਸਦੀ ਇੱਛਾ ਸੀ ਕਿ ਹਿੰਦੁਸਤਾਨ ਦੇ ਵਿੱਚੋਂ ਹਿੰਦੂ ਧਰਮ ਦਾ ਨਾਮ ਨਿਸ਼ਾਨ ਜਿਹੜਾ ਹੈ ਉਹ ਮਿਟਾ ਦਿੱਤਾ ਜਾਵੇ ਤੇ ਇਹ ਸਾਰਾ ਦੇਸ਼ ਜਿਹੜਾ ਹੈ ਉਹ ਮੁਸਲਮਾਨ ਹੋ ਜਾਵੇ। ਉਸਦਾ ਖਿਆਲ ਸੀ ਕਿ ਸਾਰੇ ਲੋਕ ਮੁਸਲਮਾਨ ਹੋ ਜਾਣ ਤਾਂ ਮੁਸਲਮ ਰਾਜ ਦੇ ਲਈ ਖਤਰਾ ਜਿਹੜਾ ਹੈ ਉਹ ਹਮੇਸ਼ਾ ਦੇ ਲਈ ਟਲ ਸਕਦਾ ਹੈ, ਨਹੀਂ ਤਾਂ ਕਿਸੇ ਵੀ ਸਮੇਂ ਇਸ ਰਾਜ ਨੂੰ ਖਤਰਾ ਜਿਹੜਾ ਹੈ ਉਹ ਹੋ ਸਕਦਾ ਹੈ। ਇਸ ਲਈ ਉਸਦੇ ਜ਼ੁਲਮਾਂ ਦਾ ਨਿਸ਼ਾਨਾ ਸਿੱਧਾ ਪੰਜਾਬ ਤੇ ਕਸ਼ਮੀਰ ਨੂੰ ਬਣਨਾ ਪਿਆ। ਔਰੰਗਜ਼ੇਬ ਸਮੁੱਚੇ ਪੰਜਾਬ ਤੇ ਕਸ਼ਮੀਰ ਨੂੰ ਮੁਸਲਮਾਨ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਦਿੱਲੀ ਤੱਕ ਸਾਰੇ ਮੁਸਲਮਾਨ ਹੀ ਮੁਸਲਮਾਨ ਹੁੰਦੇ ਤੇ ਇਸ ਤਰ੍ਹਾਂ ਉਹਦਾ ਮੁਗਲ ਰਾਜ ਜਿਹੜਾ ਹੈ ਉਹ ਹਮੇਸ਼ਾ ਦੇ ਲਈ ਮਹਿਫੂਜ਼ ਹੋ ਜਾਂਦਾ। ਤੇ ਇਸ ਲਈ ਉਸਨੇ ਹੁਕਮ ਦੇ ਦਿੱਤਾ ਕਿ ਜਿੰਨੀ ਛੇਤੀ ਹੋ ਸਕੇ ਸਮੁੱਚੇ ਪੰਜਾਬ ਤੇ ਕਸ਼ਮੀਰ ਨੂੰ ਮੁਸਲਮਾਨ ਬਣਾ ਲਿਆ ਜਾਵੇ। ਬਸ ਹੁਕਮ ਮਿਲਣ ਦੀ ਦੇਰ ਸੀ ਕਿ ਜ਼ਾਲਮ ਹਾਕਮਾਂ ਨੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਤਲਵਾਰ ਨਾਲ ਲੋਕਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਮੌਤ ਜਾਂ ਮੁਸਲਮਾਨੀ ਦੋ ਹੀ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਸਨ ਤੇ ਤੀਜਾ ਕੋਈ ਰਸਤਾ ਬਾਕੀ ਨਹੀਂ ਸੀ ਰਹਿਣ ਦਿੱਤਾ ਜਾਂਦਾ, ਕਿਉਂਕਿ ਪੰਜਾਬ ਵਿੱਚ ਜਾਟਾਂ ਜਿਹੀ ਰਾਠ ਕੌਮ ਵਸਦੀ ਸੀ ਤੇ ਸਿੱਖੀ ਦਾ ਪ੍ਰਚਾਰ ਵੀ ਉਹਨਾਂ ਦਿਨਾਂ ਵਿੱਚ ਕਾਫੀ ਹੋ ਚੁੱਕਿਆ ਸੀ। ਇਸ ਲਈ ਔਰੰਗਜ਼ੇਬ ਦਾ ਜ਼ੋਰ ਇੱਥੇ ਓਨਾ ਨਹੀਂ ਪਿਆ ਜਿੰਨਾ ਕਿ ਕਸ਼ਮੀਰ ਵਿੱਚ। ਕਸ਼ਮੀਰ ਨੂੰ ਭਾਰਤ ਦਾ ਸਵਰਗ ਕਿਹਾ ਜਾਂਦਾ ਹੈ। ਦੁਸ਼ਮਣ ਦਾ ਇਹ ਨਿਯਮ ਹੈ ਕਿ ਉਹ ਕਮਜ਼ੋਰ ਥਾਂ ਵੇਖ ਕੇ ਹੀ ਹਮਲਾ ਕਰਦਾ ਹੈ। ਇਹੋ ਕਾਰਨ ਹੈ ਕਿ ਔਰੰਗਜ਼ੇਬ ਨੇ ਪਹਿਲਾਂ ਕਸ਼ਮੀਰ ਨੂੰ ਹਿੰਦੂਆਂ ਤੋਂ ਸਾਫ਼ ਕਰਨ ਦੇ ਲਈ ਚੁਣਿਆ। ਜ਼ੁਲਮ ਦਾ ਚੱਕਰ ਬਹੁਤ ਤੇਜ਼ੀ ਨਾਲ ਚੱਲਣ ਲੱਗਾ ਤੇ ਤਲਵਾਰ ਦੇ ਡਰ ਨਾਲ ਹਜ਼ਾਰਾਂ ਹਿੰਦੂ ਜਿਹੜੇ ਨੇ ਉਹ ਮੁਸਲਮਾਨ ਬਣਨ ਲੱਗੇ। ਇਹ ਦੇਖ ਕੇ ਕਸ਼ਮੀਰੀ ਪੰਡਤਾਂ ਨੂੰ ਬਹੁਤ ਤੌਖਲਾ ਹੋਇਆ। ਹਿੰਦੂ ਮਤ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਿਟ ਰਿਹਾ ਸੀ। ਇਸ ਹਾਲਤ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਇਕੱਠ ਆਪਣੇ ਆਗੂ ਪੰਡਤ ਅਮਰਨਾਥ ਦੇ ਮੰਦਿਰ ਵਿੱਚ ਹੋਇਆ। ਗਹਿਰੀ ਸੋਚ ਵਿਚਾਰ ਦੇ ਪਿੱਛੋਂ ਇਹ ਫੈਸਲਾ ਹੋਇਆ ਕਿ ਧਰਮ ਦੀ ਰੱਖਿਆ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਦੇ ਵਿੱਚ ਜਾਇਆ ਜਾਵੇ। ਇਹ ਫੈਸਲਾ ਕਰਕੇ ਬੇਟਾ ਉਹਨਾਂ ਨੇ ਕਸ਼ਮੀਰ ਦੇ ਸੂਬੇ ਦੇ ਅਲਟੀਮੇਟਮ ਦਾ ਉੱਤਰ ਦਿੱਤਾ ਕਿ ਉਹਨਾਂ ਨੂੰ ਮੁਸਲਮਾਨ ਹੋਣ ਲਈ 1 ਮਹੀਨੇ ਦੀ ਮੁਹਲਤ ਦਿੱਤੀ ਜਾਵੇ। ਸੂਬੇ ਨੇ ਉਹਨਾਂ ਦੀ ਇਹ ਬੇਨਤੀ ਜਿਹੜੀ ਹੈ ਉਹ ਪ੍ਰਵਾਨ ਕਰ ਲਈ ਤੇ ਇਸ ਦੇ ਪਿੱਛੋਂ ਉਹਨਾਂ ਦਾ ਇੱਕ ਡੈਪੂਟੇਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਿਆ। ਸ਼੍ਰੀ ਅਨੰਦਪੁਰ ਸਾਹਿਬ ਇਹ ਪੰਡਤ ਪਹੁੰਚ ਗਏ। ਉਹ ਬਹੁਤ ਦੁਖੀ ਤੇ ਭੈਭੀਤ ਹੋਏ ਸਨ। ਸਤਿਗੁਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਤਸੱਲੀ ਦਿੱਤੀ। ਉਹਨਾਂ ਨੇ ਆਪਣੀ ਸਾਰੀ ਦੀਨ ਦਸ਼ਾ ਜਿਹੜੀ ਹੈ ਉਹ ਧਾਹਾਂ ਮਾਰ ਕੇ ਗੁਰੂ ਜੀ ਨੂੰ ਕਹਿ ਕੇ ਸੁਣਾ ਦਿੱਤੀ। ਕਸ਼ਮੀਰੀ ਪੰਡਤਾਂ ਤੇ ਹੋਰ ਸਾਰੇ ਦੇਸ਼ ਦੀ ਦੀਨ ਦਸ਼ਾ ਦੇਖ ਕੇ ਗੁਰੂ ਸਾਹਿਬ ਡਾਢੀ ਚਿੰਤਾ ਵਿੱਚ ਪੈ ਗਏ। ਉਸ ਵੇਲੇ ਛੋਟੀ ਜਿਹੀ ਉਮਰ ਦੇ ਬਾਲਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਖੇਡਦੇ ਦਰਬਾਰ ਵਿੱਚ ਆ ਚੁੱਕੇ ਸਨ। ਪੰਡਤਾਂ ਨੂੰ ਰੋਂਦੇ ਤੇ ਪਿਤਾ ਜੀ ਨੂੰ ਗਹਿਰੀ ਚਿੰਤਾ ਵਿੱਚ ਪਏ ਹੋਏ ਦੇਖ ਕੇ ਉਹ ਪਿਤਾ ਜੀ ਦੇ ਗੱਲ ਨੂੰ ਜਾ ਚਿੰਬੜੇ ਤੇ ਪੁੱਛਣ ਲੱਗੇ, ਕੀ ਗੱਲ ਹੈ ਪਿਤਾ ਜੀ? ਪੁੱਤਰ, ਇਹ ਬੜੇ ਦੁਖੀ ਨੇ। ਬਾਦਸ਼ਾਹ ਇਹਨਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਸਹਾਇਤਾ ਲਈ ਆਏ ਹਨ। ਸਤਿਗੁਰਾਂ ਨੇ ਉੱਤਰ ਦਿੱਤਾ, ਤਦ ਇਹਨਾਂ ਦੀ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਹੈ ਪਿਤਾ ਜੀ, ਜ਼ਰੂਰ ਕਰੋ। ਸਾਹਿਬਜ਼ਾਦੇ ਨੇ ਜ਼ੋਰ ਦਿੰਦੇ ਹੋਏ ਆਖਿਆ, ਪਰ ਪੁੱਤਰ, ਇਹਨਾਂ ਦੇ ਦੁੱਖ ਹਰਨ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ। ਇਹ ਆਖ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਗਹਿਰੀ ਨਜ਼ਰ ਨਾਲ ਸਾਹਿਬਜ਼ਾਦੇ ਵੱਲ ਦੇਖਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਕਿ ਉਸਦੀ ਪ੍ਰੀਖਿਆ ਲੈ ਰਹੇ ਸਨ। ਪਰੰਤੂ ਸਾਹਿਬਜ਼ਾਦੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਵੇਲੇ ਕੇਵਲ 8 ਕੁ ਸਾਲਾਂ ਦੇ ਬਾਲਕ ਸਨ ਤੇ ਉਸੇ ਤਰ੍ਹਾਂ ਸਰਲਤਾ ਨਾਲ ਉੱਤਰ ਦਿੱਤਾ, ਤਦ ਪਿਤਾ ਜੀ, ਤੁਹਾਡੇ ਨਾਲੋਂ ਵੱਧ ਕੇ ਮਹਾਂਪੁਰਖ ਇਸ ਸੰਸਾਰ ਵਿੱਚ ਹੋਰ ਕਿਹੜਾ ਏ? 9ਵੇਂ ਸਤਿਗੁਰ ਜਿਹੜਾ ਉੱਤਰ ਸੁਣਨਾ ਚਾਹੁੰਦੇ ਸਨ ਉਹ ਉਹਨਾਂ ਨੂੰ ਸਪੁੱਤਰ ਵੱਲੋਂ ਮਿਲਿਆ
ਉਹਨਾਂ ਦੀ ਤਸੱਲੀ ਹੋ ਗਈ। ਪੁੱਤਰ ਨੂੰ ਚੁੱਕ ਕੇ ਗਲ ਨਾਲ ਲਾਇਆ। ਗੁਰੂ ਜੀ ਦੀਆਂ ਅੱਖਾਂ ਵਿੱਚ ਇਸ ਸਮੇਂ ਖੁਸ਼ੀ ਦੇ ਅੱਥਰੂ ਵਗ ਰਹੇ ਸਨ। ਉਧਰ ਛੋਟੇ ਜਿਹੇ ਬਾਲਕ ਵੱਲੋਂ ਪਿਤਾ ਨੂੰ ਕੁਰਬਾਨ ਹੋਣ ਲਈ ਕਹਿਣ ਤੇ ਕਸ਼ਮੀਰੀ ਪੰਡਤ ਹੈਰਾਨ ਹੋ ਉੱਠੇ ਤੇ ਉਹਨਾਂ ਦੀ ਆਤਮਕ ਦਲੇਰੀ ਤੋਂ ਸਦਕੇ ਜਾ ਰਹੇ ਸਨ। ਨੌਵੇਂ ਗੁਰੂ ਜੀ ਨੇ ਪੰਡਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ, ਮਜਲੂਮੋ, ਤੁਹਾਡਿਆਂ ਦੁੱਖਾਂ ਦਾ ਅੰਤ ਹੋਣ ਦਾ ਸਮਾਂ ਆ ਗਿਆ ਹੈ। ਘਬਰਾਉਣਾ ਨਹੀਂ। ਹੁਣ ਤੁਸੀਂ ਜਾਓ ਤੇ ਬਾਦਸ਼ਾਹ ਨੂੰ ਕਹਿ ਭੇਜੋ ਕਿ ਸਾਡਾ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਹੈ। ਤੁਸੀਂ ਉਸ ਨੂੰ ਮੁਸਲਮਾਨ ਬਣਾ ਲਵੋ। ਅਸੀਂ ਸਾਰੇ ਆਪੇ ਮੁਸਲਮਾਨ ਹੋ ਜਾਵਾਂਗੇ। ਸੱਤ ਬਚਨ ਆਖ ਕੇ ਪੰਡਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਰਵਾਨਾ ਹੋਏ ਤੇ ਸ਼ਾਹੀ ਦਰਬਾਰ ਵਿੱਚ ਜਾ ਕੇ ਔਰੰਗਜ਼ੇਬ ਨੂੰ ਇਹ ਗੱਲ ਆਖ ਦਿੱਤੀ। ਔਰੰਗਜ਼ੇਬ ਸਮਝਦਾ ਸੀ ਕਿ ਗੁਰੂ ਘਰ ਨਾਲ ਟੱਕਰ ਲੈਣੀ ਜਰਾ ਟੇਢੀ ਖੀਰ ਹੈ ਤੇ ਉਹਨਾਂ ਨੂੰ ਮੁਸਲਮਾਨ ਬਣਨ ਦੀ ਗੱਲ ਤਾਂ ਉਸਦੇ ਦਿਮਾਗ ਵਿੱਚ ਵੀ ਨਹੀਂ ਸੀ ਆ ਸਕਦੀ। ਉਹ ਪੰਡਤਾਂ ਦੀ ਇਹ ਗੱਲ ਸੁਣ ਕੇ ਬੜਾ ਖਿਜਿਆ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਇਹ ਹੁਕਮ ਦੇਣ ਪਿੱਛੋਂ ਔਰੰਗਜ਼ੇਬ ਆਪ ਹਸਨ ਅਬਦਾਲ ਨੂੰ ਤੁਰ ਪਿਆ, ਜਿੱਥੇ ਕਿ ਪਠਾਨਾਂ ਨੇ ਬਗਾਵਤ ਕਰ ਰੱਖੀ ਸੀ। ਇੱਧਰ ਸਤਿਗੁਰਾਂ ਪੰਡਤਾਂ ਨੂੰ ਦਿੱਲੀ ਤੋਰਿਆ ਤੇ ਆਪ ਵੀ ਦਿੱਲੀ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਆਨੰਦਪੁਰ ਦਾ ਸਾਰਾ ਪ੍ਰਬੰਧ ਉਹਨਾਂ ਨੇ ਆਪਣੇ ਮੁਖੀ ਸਿੱਖਾਂ ਦੇ ਹਵਾਲੇ ਕਰ ਦਿੱਤਾ ਤੇ ਆਪ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਨੂੰ ਤੁਰ ਪਏ। ਆਪ ਪਹਿਲਾਂ ਕੀਰਤਪੁਰ ਗਏ ਤੇ ਫਿਰ ਰੋਪੜ ਦੇ ਰਸਤੇ ਮਾਲਵੇ ਪੁੱਜੇ। ਇੱਥੋਂ ਚੱਲ ਕੇ ਗੁਰੂ ਜੀ ਕਰਹਾਲੀ, ਚਿਹਕਾ, ਖੜਕ ਤੇ ਖਟਕੜ ਆਦਿ ਨਗਰਾਂ ਨੂੰ ਤਾਰਦੇ ਹੋਏ ਅੱਗੇ ਵਧੇ। ਇੱਥੋਂ ਆਪ ਨੇ ਬਾਕੀ ਸਿੱਖਾਂ ਨੂੰ ਮੋੜ ਦਿੱਤਾ ਤੇ 5 ਸਿੱਖਾਂ ਭਾਈ ਗੁਰਦਿੱਤਾ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਉਦਾ ਤੇ ਭਾਈ ਚੀਮਾ ਨੂੰ ਨਾਲ ਲੈ ਕੇ ਆਗਰੇ ਵੱਲ ਹੋ ਤੁਰੇ। ਰਸਤੇ ਦੇ ਵਿੱਚ ਕਈ ਵਾਰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਫੜਨ ਦੀਆਂ, ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ, ਪਰ ਗੁਰੂ ਜੀ ਔਰੰਗਜ਼ੇਬ ਵੱਲੋਂ ਫੜਨ ਲਈ ਕੀਤੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਫੇਲ ਕਰਦੇ ਹੋਏ 6 ਮਹੀਨੇ ਤੱਕ ਦੇਸ਼ ਵਿੱਚ ਹੀ ਫਿਰਦੇ ਰਹੇ। ਗੁਰੂ ਜੀ ਨੇ ਆਪਣੀ ਗ੍ਰਿਫਤਾਰੀ ਲਈ ਵੀ ਇੱਕ ਨਿਰਾਲਾ ਕੋਤਕ ਵਰਤਾਇਆ। ਆਗਰੇ ਤੋਂ 5 ਕੁ ਮੀਲਾਂ ਦੇ ਫਾਸਲੇ ਤੇ ਉਹਨਾਂ ਨੇ ਇੱਕ ਬਾਗ ਦੇ ਵਿੱਚ ਡੇਰਾ ਲਾ ਲਿਆ। ਇੱਥੇ ਹੀ ਇੱਕ ਇਆਲੀ ਬੱਕਰੀਆਂ ਚਾਰ ਰਿਹਾ ਸੀ। ਹਜੂਰ ਨੇ ਉਸਨੂੰ ਇੱਕ ਸੋਨੇ ਦੀ ਅੰਗੂਠੀ ਤੇ ਇੱਕ ਕੀਮਤੀ ਦੁਸ਼ਾਲਾ ਦੇ ਕੇ ਆਖਿਆ ਕਿ ਜਾ ਇਹ ਦੇ ਕੇ ਸ਼ਹਿਰ ਵਿੱਚੋਂ ਮਠਿਆਈ ਲੈ ਆਇਆ। ਉਹ ਸ਼ਹਿਰ ਪੁੱਜਿਆ ਤੇ ਹਲਵਾਈ ਦੀ ਦੁਕਾਨ ਤੇ ਜਾ ਕੇ ਉਹ ਚੀਜ਼ਾਂ ਦਿੱਤੀਆਂ। ਹਲਵਾਈ ਨੇ ਇਹ ਬਹੁਮੁੱਲੀਆਂ ਚੀਜ਼ਾਂ ਲੈ ਕੇ ਉਸਨੂੰ ਮਠਿਆਈ ਤਾਂ ਦੇ ਦਿੱਤੀ, ਪਰ ਇਹ ਚੀਜ਼ਾਂ ਬਾਜ਼ਾਰ ਵਿੱਚ ਆਉਣ ਨਾਲ ਬੜੀ ਚਰਚਾ ਹੋਣ ਲੱਗੀ। ਲੋਕ ਕਹਿਣ ਕਿ ਇਹ ਚੀਜ਼ਾਂ ਕਿਸੇ ਵੱਡੇ ਆਦਮੀ ਦੀਆਂ ਹਨ। ਇਆਲੀ ਹਲੇ ਉੱਥੇ ਹੀ ਸੀ। ਉਸ ਤੇ ਚੋਰੀ ਦਾ ਇਲਜ਼ਾਮ ਲੱਗਣ ਲੱਗਾ। ਪੁਲਿਸ ਦੇ ਥਾਣੇ ਵੀ ਖਬਰ ਜਾ ਪੁੱਜੀ ਤੇ ਉਸਨੂੰ ਗ੍ਰਿਫਤਾਰ ਕਰਕੇ ਸ਼ਹਿਰ ਦੇ ਕੋਤਵਾਲ ਹਸਨ ਅਲੀ ਦੇ ਕੋਲ ਪੇਸ਼ ਕੀਤਾ ਗਿਆ। ਕੋਤਵਾਲ ਨੇ ਉਸ ਨਾਲ ਗੱਲਬਾਤ ਕੀਤੀ, ਪਰ ਅਸਲੀ ਗੱਲ ਦਾ ਪਤਾ ਕੱਢ ਲਿਆ ਕਿ 9ਵੇਂ ਸਤਿਗੁਰੂ ਬਾਹਰ ਬਾਗ ਵਿੱਚ ਬੈਠੇ ਹੋਏ ਸਨ। ਬਸ ਫੇਰ ਕੀ ਸੀ, ਉਸਨੇ 100 ਸਵਾਰ ਨਾਲ ਲੈ ਕੇ ਉਸ ਬਾਗ ਨੂੰ ਜਾ ਕੇ ਘੇਰ ਲਿਆ। ਸ਼ਾਂਤੀ ਪੁੰਜ ਸਤਿਗੁਰੂ ਪਹਿਲਾਂ ਹੀ ਤਿਆਰ ਬੈਠੇ ਸਨ। ਉਹ ਤਾਂ ਆਏ ਹੀ ਇਸ ਮਕਸਦ ਲਈ ਸਨ। ਉਹ ਆਪਣੇ ਸਾਥੀਆਂ ਸਮੇਤ ਗ੍ਰਿਫਤਾਰ ਹੋ ਗਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਆਗਰੇ ਦੇ ਕਿਲੇ ਵਿੱਚ ਰੱਖਿਆ ਗਿਆ ਤੇ ਫਿਰ ਉੱਥੋਂ 1200 ਘੋੜ ਸਵਾਰਾਂ ਦੇ ਪਹਿਰੇ ਹੇਠ ਆਪ ਨੂੰ ਦਿੱਲੀ ਪਹੁੰਚਾਇਆ ਗਿਆ। ਦਿੱਲੀ ਵਿੱਚ ਸਤਿਗੁਰਾਂ ਨੂੰ ਇੱਕ ਉਜੜੀ ਹਵੇਲੀ ਦੇ ਵਿੱਚ ਰੱਖਿਆ ਗਿਆ। ਸ਼ਾਹੀ ਹਾਕਮਾਂ ਤੇ ਕਾਜ਼ੀਆਂ ਨੇ ਪਹਿਲੇ ਉਹਨਾਂ ਨਾਲ ਬੜਾ ਪਿਆਰ ਕੀਤਾ ਤੇ ਉਹਨਾਂ ਨੂੰ ਮੁਸਲਮਾਨ ਹੋਣ ਲਈ ਪ੍ਰੇਰਨ ਲੱਗੇ। ਉਹਨਾਂ ਆਖਿਆ, ਬਾਦਸ਼ਾਹ ਦੀ ਇੱਛਾ ਹੈ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੁਫਰ ਉੱਡ ਜਾਵੇ ਤੇ ਇਹ ਸਮੁੱਚੇ ਤੌਰ ਤੇ ਮੁਸਲਮਾਨ ਹੋ ਜਾਵੇ। ਤੁਸੀਂ ਸਾਰੇ ਗੈਰ ਮੁਸਲਮਾਨ ਜਗਤ ਦੇ ਪੀਰ ਹੋ ਤੇ ਤੁਹਾਡੇ ਮੁਸਲਮਾਨ ਹੋਣ ਨਾਲ ਸਾਰਾ ਦੇਸ਼ ਮੁਸਲਮਾਨ ਹੋ ਜਾਵੇਗਾ। ਕਾਜ਼ੀਆਂ ਤੇ ਹਾਕਮਾਂ ਨੇ ਹੋਰ ਕਿਹਾ, ਤੁਹਾਨੂੰ ਸਾਰੇ ਦੇਸ਼ ਦਾ ਮਜ਼ਹਬੀ ਰਹਿਨੁਮਾ ਮੰਨਿਆ ਜਾਵੇਗਾ ਤੇ ਇਸ ਦੀ ਬਾਦਸ਼ਾਹੀ ਤੁਹਾਡੇ ਪੈਰਾਂ ਵਿੱਚ ਹੋਵੇਗੀ। ਪਰ ਇਹਨਾਂ ਗੱਲਾਂ ਦਾ ਸਤਿਗੁਰਾਂ ਤੇ ਕੀ ਅਸਰ ਹੋ ਸਕਦਾ ਸੀ? ਉਹਨਾਂ ਆਖਿਆ, ਭਾਈ ਗੁਰੂ ਘਰ ਵਿੱਚ ਕਿਹੜੀ ਗੱਲ ਦਾ ਘਾਟਾ ਹੈ ਜੋ ਤੁਸੀਂ ਲਾਲਚ ਦਿੰਦੇ ਹੋ? ਬਾਕੀ ਰਹੀ ਬਾਦਸ਼ਾਹੀ ਦੀ ਇੱਛਾ ਦੀ ਗੱਲ, ਪਰ ਕਿਸੇ ਦੀ ਇੱਛਾ ਕੁਦਰਤ ਦੇ ਫੈਸਲਿਆਂ ਅੱਗੇ ਨਹੀਂ ਚੱਲਦੀ। ਪਰਮਾਤਮਾ ਬੇਸ਼ੱਕ ਇੱਕ ਹੈ, ਪਰ ਜਿਸ ਤਰ੍ਹਾਂ ਦਰਿਆ ਵੱਖੋ ਵੱਖ ਰਾਹਾਂ ਥਾਈਂ ਹੋ ਕੇ ਇੱਕ ਸਾਗਰ ਵਿੱਚ ਜਾਂਦੇ ਨੇ,
ਇਸ ਤਰ੍ਹਾਂ ਵੱਖੋ-ਵੱਖ ਧਰਮਾਂ ਦੁਆਰਾ ਵੀ ਉੱਥੇ ਪੁੱਜਣ ਦੇ ਵੱਖਰੇ ਰਾਹ ਨੇ। ਜਿਸ ਤਰ੍ਹਾਂ ਦਰਿਆਵਾਂ ਨੂੰ ਉਹਨਾਂ ਦੇ ਰਾਹਾਂ ਤੋਂ ਹਟਾ ਕੇ ਇੱਕੋ ਰਾਹ ਤੇ ਲਿਆਉਣਾ ਸੰਭਵ ਨਹੀਂ, ਇਸੇ ਤਰ੍ਹਾਂ ਧਰਮਾਂ ਨੂੰ ਵੀ ਇੱਕ ਨਹੀਂ ਕੀਤਾ ਜਾ ਸਕਦਾ ਤੇ ਤਲਵਾਰ ਨਾਲ ਕਿਸੇ ਨੂੰ ਉਸਦੇ ਰਾਹ ਤੋਂ ਹਟਾਉਣਾ ਜ਼ੁਲਮ ਏ ਤੇ ਅਜਿਹਾ ਜ਼ੁਲਮ ਕਰਨ ਵਾਲੇ ਜ਼ਰੂਰ ਬਰਬਾਦ ਹੋਣਗੇ। ਇਹ ਉੱਤਰ ਸੁਣ ਕੇ ਨਾ ਕੇਵਲ ਸ਼ਾਹੀ ਹਾਕਮ ਤੇ ਕਾਜੀ ਨਿਰੁੱਤਰ ਹੋ ਗਏ, ਸਗੋਂ ਉਹਨਾਂ ਇਹ ਵੀ ਸਮਝ ਲਿਆ ਕਿ ਇਹਨਾਂ ਦਿਲਾਂ ਵਿੱਚ ਤੇਲ ਨਹੀਂ ਹੈ। ਹੁਣ ਸਖਤੀ ਦਾ ਦੌਰ ਆਰੰਭ ਹੋਇਆ। ਹਾਕਮਾਂ ਦਾ ਖਿਆਲ ਸੀ ਕਿ ਸਿੱਖਾਂ ਪਰ ਸਖਤੀ ਕਰਨ ਨਾਲ ਖਬਰੇ ਗੁਰੂ ਸਿੱਧੇ ਰਾਹ ਪਰ ਆ ਜਾਵੇ। ਨਾਲੇ ਉਹਨਾਂ ਨੇ ਭਾਈ ਮਤੀ ਦਾਸ ਜੀ ਦੇ ਮੂੰਹੋਂ ਇਹ ਸ਼ਬਦ ਸੁਣੇ ਸਨ, ਸਤਿਗੁਰੂ ਜੀ ਮੈਨੂੰ ਹੁਕਮ ਦਿਓ, ਮੈਂ ਇਹਨਾਂ ਪਾਪੀ ਮੁਗਲਾਂ ਦਾ ਤਖਤਾ ਉਲਟਾ ਕੇ ਰੱਖ ਦਿਆਂ। ਪਰ ਗੁਰੂ ਜੀ ਨੇ ਕਿਹਾ, ਅਸੀਂ ਕਰਾਮਾਤ ਵਿਖਾ ਕੇ ਬਚਣ ਵਾਸਤੇ ਨਹੀਂ ਆਏ, ਅਸੀਂ ਸੀਸ ਦੇਣ ਆਏ ਹਾਂ ਤੇ ਸੀਸ ਦੇਵਾਂਗੇ। ਕਾਜ਼ੀਆਂ ਨੇ ਪਹਿਲਾਂ ਭਾਈ ਮਤੀ ਦਾਸ ਦੇ ਕਤਲ ਦਾ ਫਤਵਾ ਦਿੱਤਾ। ਕੈਦ ਵਿੱਚ ਜਦ ਇਹ ਹੁਕਮ ਪੁੱਜਿਆ ਤਾਂ ਭਾਈ ਜੀ ਨੇ ਗੁਰੂ ਜੀ ਵੱਲ ਵੇਖਿਆ ਤੇ ਫਿਰ ਉਹੀ ਮੰਗ ਕੀਤੀ, ਸਤਿਗੁਰੂ ਹੁਕਮ ਕਰੋ ਤਾਂ ਦਿੱਲੀ ਲਾਹੌਰ ਟਕਰਾ ਦਿਆਂ। ਸਤਿਗੁਰਾਂ ਫਿਰ ਸਿੱਖ ਨੂੰ ਥਾਪਨਾ ਦਿੱਤੀ ਤੇ ਕਿਹਾ, ਕਰਾਮਾਤ ਕਹਿਰ ਦਾ ਨਾਮ ਹੈ, ਭਾਣਾ ਮੰਨੋ। ਇਹ ਸੁਣ ਕੇ ਸਿੱਖ ਦਾ ਹਿਰਦਾ ਸ਼ਾਂਤ ਹੋ ਗਿਆ। ਸਿੱਖਾਂ ਵਿੱਚ ਕੁਰਬਾਨੀਆਂ ਦਾ ਇਤਿਹਾਸ ਬਹੁਤ ਉੱਚਾ ਹੈ। ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ, ਹੋਰ ਕਿਸੇ ਮਜ਼ਹਬ ਵਿੱਚ ਇੰਨੀਆਂ ਨਹੀਂ ਦਿੱਤੀਆਂ ਗਈਆਂ। ਆਰੇ ਨਾਲ ਤਨ ਚਰਵਾ ਦੇਣਾ, ਰੰਬੇ ਨਾਲ ਖੋਪਰੀ ਲਵਾ ਦੇਣੀ, ਚਰਖੜੀ ਤੇ ਚੜ ਕੇ ਸਰੀਰ ਦੇ ਤੁੰਬੇ ਕਰਾ ਲੈਣੇ, ਬੰਦ ਕਟਾ ਲੈਣੇ ਤੇ ਉਬਲਦੀ ਦੇਗ ਵਿੱਚ ਬਹਿ ਜਾਣਾ, ਇਹ ਸਭ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਆਈਆਂ ਹਨ। ਸੰਸਾਰ ਦੇ ਹੋਰ ਲੋਕ ਤਾਂ ਇਹਨਾਂ ਦਾ ਨਾਮ ਸੁਣ ਕੇ ਹੀ ਕੰਬ ਉੱਠਦੇ ਨੇ। ਤੇ ਫਿਰ ਬੇਟਾ ਕਾਫਰ ਦਾ ਫਤਵਾ ਲਾ ਕੇ ਭਾਈ ਮਤੀ ਦਾਸ ਜੀ ਨੂੰ ਚਾਂਦਨੀ ਚੌਂਕ ਵਿੱਚ ਲਿਜਾਇਆ ਗਿਆ। ਮੁਗਲ ਰਾਜ ਵੇਲੇ ਇਸ ਤਰ੍ਹਾਂ ਦੀਆਂ ਸਖਤ ਸਜ਼ਾਵਾਂ ਜਿਹੜੀਆਂ ਨੇ ਉਹ ਖੁੱਲੀ ਥਾਂ ਤੇ ਲੋਕਾਂ ਦੇ ਸਾਹਮਣੇ ਹੀ ਦਿੱਤੀਆਂ ਜਾਂਦੀਆਂ ਸੀ, ਤਾਂ ਕਿ ਲੋਕਾਂ ਨੂੰ ਹੋਰ ਵੀ ਡਰਾਇਆ ਜਾਵੇ, ਭੈਭੀਤ ਕੀਤਾ ਜਾਵੇ। ਇਸ ਤਰ੍ਹਾਂ ਭਾਈ ਮਤੀ ਦਾਸ ਜੀ ਨੂੰ ਖੁੱਲੇ ਥਾਂ ਕਤਲ ਕਰਨ ਦੀ ਤਿਆਰੀ ਕੀਤੀ ਗਈ। ਲੋਕਾਂ ਦੇ ਸਾਹਮਣੇ ਕਾਜੀ ਨੇ ਭਾਈ ਮਤੀ ਦਾਸ ਜੀ ਨੂੰ ਕਿਹਾ, ਕਿਉਂ ਅਨਿਆਈ ਮੌਤ ਮਰਦੇ ਹੋ, ਇਸਲਾਮ ਕਬੂਲ ਕਰੋ, ਰਹਿਮਤਾਂ ਬਰਸਣਗੀਆਂ, ਇੱਥੇ ਐਸ਼ ਕਰੋਗੇ ਤੇ ਅੱਗੇ ਸਵਰਗਾਂ ਵਿੱਚ ਹੂਰਾਂ ਤੁਹਾਡੇ ਸਵਾਗਤ ਲਈ ਖੜੀਆਂ ਹੋਣਗੀਆਂ। ਭਾਈ ਮਤੀ ਦਾਸ ਜੀ ਨੇ ਬੇਟਾ ਕੋਕੀ ਜਵਾਬ ਦਿੱਤਾ, ਨਾ ਮੈਨੂੰ ਤੁਹਾਡੇ ਇੱਥੋਂ ਦੇ ਐਸ਼ ਦੀ ਲੋੜ ਹੈ, ਨਾ ਤੁਹਾਡੇ ਵਹਿਸ਼ਤ ਦੀਆਂ ਹੂਰਾਂ ਰੱਬੀ ਆਸ਼ਕਾਂ ਲਈ ਕੋਈ ਖਿੱਚ ਨਹੀਂ ਰੱਖਦੀਆਂ ਹਨ। ਸਿੱਖ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਵੱਲ ਤੱਕਣਾ ਵੀ ਮੇਰੇ ਲਈ ਕੁਫਰ ਹੈ। ਫਿਰ ਕਾਜੀ ਨੇ ਕਿਹਾ, ਚੰਗੀ ਤਰ੍ਹਾਂ ਸੋਚ ਲੈ। ਭਾਈ ਜੀ ਨੇ ਫਿਰ ਕਿਹਾ, ਤੁਸੀਂ ਆਪਣਾ ਕੰਮ ਕਰੋ। ਤੇ ਇਸ ਦੇ ਨਾਲ ਹੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਪਰ ਜ਼ਾਲਮਾਂ ਨੇ ਪਾਠ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ਿਕੰਜੇ ਵਿੱਚ ਕੱਸ ਦਿੱਤਾ। ਪਾਠ ਫਿਰ ਵੀ ਭਾਈ ਜੀ ਕਰਦੇ ਰਹੇ। ਸ਼ਿਕੰਜੇ ਵਿੱਚ ਕੱਸਣ ਦੇ ਪਿੱਛੋਂ ਭਾਈ ਜੀ ਦੇ ਸੀਸ ਦੇ ਉੱਪਰ ਆਰਾ ਰੱਖਿਆ ਗਿਆ ਅਤੇ 2 ਜਲਾਦਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਆਰਾ ਕਸ਼ ਲੱਕੜੀ ਚੀਰਦੇ ਨੇ, ਇਸ ਤਰ੍ਹਾਂ ਉਹ ਭਾਈ ਜੀ ਦੇ ਸਰੀਰ ਨੂੰ ਚੀਰਨ ਲੱਗੇ। ਲਹੂ ਦੀ ਨਦੀ ਵਹਿ ਤੁਰੀ, ਭਾਈ ਜੀ ਦੀ ਰੂਹ ਸੱਚਖੰਡ ਜਾ ਪੁੱਜੀ। ਸਰੀਰ ਦੇ ਹਿੱਸੇ ਧਰਤੀ ਉੱਪਰ ਵੱਖੋ ਵੱਖ ਪਏ ਹੋਏ ਸਨ, ਜੋ ਜਪਜੀ ਦੇ ਪਾਠ ਦਾ ਭੋਗ ਪਾ ਕੇ ਸ਼ਾਂਤ ਹੋ ਗਏ ਸਨ। ਸਿੱਖ ਦਾ ਸਿਦਕ ਵੇਖ ਕੇ ਅਥਰੂ ਵਗਾਉਂਦੇ ਹੋਏ ਲੋਕ ਘਰਾਂ ਨੂੰ ਤੁਰ ਪਏ। ਦੂਸਰੇ ਦਿਨ ਫਿਰ ਬੇਟਾ ਭਾਈ ਦਿਆਲੇ ਜੀ ਦੀ ਵਾਰੀ ਆਈ। ਉਹਨਾਂ ਨੂੰ ਇਸੇ ਤਰ੍ਹਾਂ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ। ਸਾਹਮਣੇ ਦੇਗ ਵਿੱਚ ਪਾਣੀ ਉਬਲ ਰਿਹਾ ਸੀ। ਭਾਈ ਜੀ ਨੂੰ ਉਸਦੇ ਪਾਸ ਲਿਆ ਖੜਾ ਕੀਤਾ ਗਿਆ। ਕਾਜੀ ਨੇ ਉਹਨਾਂ ਨੂੰ ਆਖਿਆ, ਇਸਲਾਮ ਕਬੂਲ ਕਰਕੇ ਸੁਖੀ ਰਹੋ ਜਾਂ ਇਸ ਦੇਗ ਵਿੱਚ ਬਹਿ ਕੇ ਦੂਜੀ ਦੁਨੀਆ ਵਿੱਚ ਪਹੁੰਚ ਜਾਓ। ਭਾਈ ਦਿਆਲੇ ਨੇ ਆਖਿਆ, ਧਰਮ ਬਦਲਣ ਦੇ ਮੁਕਾਬਲੇ ਇਹ ਉਬਲਦੀ ਦੇਗ ਮੇਰੇ ਲਈ ਬੜੀ ਖਿੱਚ ਰੱਖਦੀ ਹੈ। ਇਹੋ ਸੱਚਖੰਡ ਦਾ ਰਸਤਾ ਹੈ। ਧੰਨ ਭਾਗ ਮੇਰੇ ਜੋ ਇਹ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ। ਇਹ ਆਖਿਆ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਦੇਗ ਵਿੱਚ ਬੈਠ ਗਏ ਤੇ ਸੱਚਖੰਡ ਜਾ ਪੁੱਜੇ। ਸਿੱਖਾਂ ਦੀ ਇਸ ਸਿਦਕ ਭਰੀ ਕੁਰਬਾਨੀ ਦਾ ਸਾਰੇ ਦੇਸ਼ ਵਿੱਚ ਚਰਚਾ ਫੈਲ ਗਈ। ਲੋਕ ਆਖਣ ਲੱਗੇ, ਜਿਸ ਕੌਮ ਵਿੱਚ ਅਜਿਹੇ ਸ਼ਹੀਦ ਹੋਣ, ਸੰਸਾਰ ਦੀ ਕੋਈ ਸ਼ਕਤੀ ਉਹਨਾਂ ਨੂੰ ਖਤਮ ਨਹੀਂ ਕਰ ਸਕਦੀ ਤੇ ਨਾ ਹੀ ਮਾਰ ਸਕਦੀ ਹੈ। ਇਸ ਤਰ੍ਹਾਂ ਬੇਟਾ 2 ਸਿੱਖ ਤਾਂ ਸ਼ਹੀਦ ਹੋ ਗਏ, ਪਰ ਬਾਕੀਆਂ 3 ਵਿੱਚੋਂ 2 ਨੇ, ਭਾਈ ਉਦੇ ਤੇ ਭਾਈ ਚੀਮੇ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਹਜ਼ੂਰ ਇਸ ਤਰ੍ਹਾਂ ਨਹੀਂ ਮਰਿਆ ਜਾਂਦਾ, ਹੁਕਮ ਦਿਓ ਤਾਂ ਜੇਲਾਂ ਤੋੜ ਕੇ ਭੱਜ ਜਾਈਏ
ਤੇ ਜ਼ੁਲਮ ਨਾਲ ਹੱਥੀਂ ਟੱਕਰ ਲਈਏ। ਇਸ ਤਰ੍ਹਾਂ ਉਹ ਦੋਵੇਂ ਸੂਰਬੀਰ ਜੇਲ੍ਹ ਤੋੜ ਕੇ ਨਿਕਲ ਗਏ। ਪੰਜਵੇਂ ਸਿੱਖ ਭਾਈ ਗੁਰਦਿੱਤਾ ਜੀ ਆਖਰੀ ਦਮ ਤੱਕ ਗੁਰੂ ਜੀ ਦੇ ਨਾਲ ਰਹੇ। ਗੁਰੂ ਜੀ ਦੀ ਸ਼ਹੀਦੀ ਪਿੱਛੋਂ ਉਸ ਨੂੰ ਛੱਡ ਦਿੱਤਾ ਗਿਆ, ਪਰ ਉਹ ਦਿੱਲੀ ਤੋਂ ਥੋੜੇ ਜਿਹੇ ਫਾਸਲੇ ਤੇ ਸਵਰਗਵਾਸ ਹੋ ਗਏ। ਸਿੱਖਾਂ ਦੇ ਭੱਜਣ ਦੇ ਪਿੱਛੋਂ ਗੁਰੂ ਜੀ ਦੀ ਸਖਤੀ ਹੋਰ ਵੱਧ ਗਈ, ਇੱਥੋਂ ਤੱਕ ਕਿ ਉਹਨਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। ਮੁਗਲ ਹਾਕਮਾਂ ਦਾ ਖਿਆਲ ਸੀ ਕਿ ਸ਼ਾਇਦ ਇਸ ਤਰ੍ਹਾਂ ਉਹ ਮੁਸਲਮਾਨ ਬਣਨ ਦੇ ਲਈ ਰਾਜੀ ਹੋ ਜਾਣ, ਪਰ ਇਹ ਉਹਨਾਂ ਦੀ ਭੁੱਲ ਸੀ। ਸਿੱਖਾਂ ਦੀ ਸ਼ਹੀਦੀ ਦੀ ਖਬਰ ਜਦ ਅਨੰਦਪੁਰ ਸਾਹਿਬ ਪੁੱਜੀ ਤਾਂ ਉੱਥੇ ਬੜਾ ਤੋਖਲਾ ਪੈਦਾ ਹੋ ਗਿਆ। ਮਾਤਾ ਗੁਜਰੀ ਜੀ ਤੇ ਸਿੱਖ ਸੰਗਤਾਂ ਬਹੁਤ ਦੁਖੀ ਹੋਈਆਂ। ਇਸ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਖ ਨੂੰ ਗੁਰੂ ਜੀ ਦੀ ਖਬਰ ਲਿਆਉਣ ਲਈ ਦਿੱਲੀ ਭੇਜਿਆ। ਉਸ ਸਿੱਖ ਨੇ ਜੇਲ੍ਹ ਦੇ ਦਰੋਗੇ ਨੂੰ ਮਿਲ ਕੇ ਮਹਾਰਾਜ ਨਾਲ ਅੰਤਮ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੰਤਮ ਚਿੱਠੀ ਲਿਖੀ। ਇਹ ਚਿੱਠੀ ਸਾਹਿਬਾਂ ਨੇ ਸਲੋਕਾਂ ਵਿੱਚ ਲਿਖੀ ਤੇ ਕੋਈ 49 ਸਲੋਕਾਂ ਵਿੱਚ ਸੰਗਤਾਂ ਨੂੰ ਹੀ ਸੰਬੋਧਨ ਕੀਤਾ ਗਿਆ। ਕੁਝ ਸਲੋਕਾਂ ਦੁਆਰਾ ਮਾਤਾ ਗੁਜਰੀ ਜੀ ਨੂੰ ਵੀ ਤਸੱਲੀ ਦਿੱਤੀ ਗਈ ਤੇ ਅਖੀਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦਾ ਫਰਜ਼ ਚੇਤੇ ਕਰਾਇਆ ਗਿਆ। ਬੇਟਾ ਇਹ ਸਲੋਕ ਜਿਹੜੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਉੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਪੱਤਰਕਾ ਲਿਖੀ। ਡਾਢੀ ਵੀਰ ਰਸ ਭਰਪੂਰ ਪੜ੍ਹ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਸੱਲੀ ਹੋ ਗਈ ਕਿ ਦਸ਼ਮੇਸ਼ ਰੂਪ ਵਿੱਚ ਗੁਰੂ ਨਾਨਕ ਜ਼ੁਲਮ ਨੂੰ ਮਿਟਾ ਦੇਣਗੇ। ਹੁਣ ਕਾਜ਼ੀਆਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ ਕਰ ਲਿਆ। ਬਾਦਸ਼ਾਹ ਵੱਲੋਂ ਕਾਜ਼ੀ ਤੇ ਮੌਲਵੀ ਗੁਰੂ ਜੀ ਕੋਲ ਆਏ ਤੇ ਹੇਠ ਲਿਖੀਆਂ 3 ਗੱਲਾਂ ਜਿਹੜੀਆਂ ਨੇ ਉਹ ਗੁਰੂ ਜੀ ਦੇ ਅੱਗੇ ਰੱਖੀਆਂ ਗਈਆਂ। ਇਹਨਾਂ ਵਿੱਚੋਂ ਕੋਈ ਇੱਕ ਚੁਣਨ ਲਈ ਆਖਿਆ ਗਿਆ। ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਅਤੇ ਜਾਂ ਮੌਤ ਪ੍ਰਵਾਨ ਕਰੋ। ਗੁਰੂ ਜੀ ਨੇ ਉੱਤਰ ਦਿੱਤਾ, ਧਰਮ ਅਸੀਂ ਨਹੀਂ ਬਦਲਣਾ, ਕਰਾਮਾਤ ਕਹਿਰ ਦਾ ਨਾਮ ਹੈ ਤੇ ਮੌਤ ਸਾਨੂੰ ਪ੍ਰਵਾਨ ਹੈ। ਇਹ ਸੁਣ ਕੇ ਕਾਜੀ ਤੇ ਮੁੱਲਾ ਆਪਣਾ ਮੂੰਹ ਲੈ ਕੇ ਵਾਪਸ ਚਲੇ ਗਏ ਤੇ ਮੌਤ ਦਾ ਫਤਵਾ ਦੇ ਦਿੱਤਾ। ਬਾਦਸ਼ਾਹ ਨੇ ਉਸ ਤੇ ਮਨਜ਼ੂਰੀ ਦੀ ਮੁਹਰ ਲਾ ਕੇ ਸਤਿਗੁਰੂ ਜੀ ਦੇ ਕਤਲ ਦਾ ਹੁਕਮ ਦੇ ਦਿੱਤਾ। ਅਨੰਦਪੁਰ ਤੋਂ ਸਾਰੀ ਹਾਲਤ ਦਾ ਅੰਦਾਜ਼ਾ ਲਾਉਣ ਲਈ ਇੱਕ ਸਿੱਖ ਭਾਈ ਜੈਤਾ ਜੀ ਵੀ ਆ ਪੁੱਜਾ ਸੀ। ਇਸ ਤੋਂ ਪਹਿਲਾਂ ਇੱਕ ਸਿੱਖ ਦੇ ਹੱਥ ਗੁਰੂ ਜੀ ਨੇ ਜੇਲ੍ਹ ਵਿੱਚੋਂ ਹੀ ਕਹਿ ਕੇ ਗੁਰਿਆਈ ਦਾ ਸਮਾਨ ਸਾਹਿਬਜ਼ਾਦੇ ਲਈ ਭੇਜ ਦਿੱਤਾ ਸੀ। ਆਖਰਕਾਰ ਬੇਟਾ 11 ਨਵੰਬਰ 1675 ਈਸਵੀ ਉਹ ਦਿਨ ਆ ਪੁੱਜਿਆ। ਇਸ ਦਿਨ ਨੂੰ ਅਭਾਗਾ ਕਿਹਾ ਜਾਵੇ ਕਿ ਜਾਂ ਸੁਭਾਗਾ, ਇਹ ਗੱਲ ਦਾ ਨਿਰਣਾ ਕਰਨਾ ਜਿਹੜਾ ਹੈ ਬਹੁਤ ਔਖਾ ਹੈ, ਪਰ ਇਸ ਨੂੰ ਸੁਭਾਗਾ ਕਹਿਣਾ ਹੀ ਠੀਕ ਹੈ। ਗੁਰੂ 9ਵੇਂ ਪਾਤਸ਼ਾਹ ਨੇ ਆਪਣੇ ਪਵਿੱਤਰ ਸਰੀਰ ਦੀ ਆਹੂਤੀ ਪਾ ਕੇ ਸੂਰਬੀਰ ਸਿੱਖ ਪੰਥ ਦੀ ਜੋ ਨੀਂਹ ਰੱਖੀ, ਉਸ ਤੇ ਅੱਜ ਅਸੀਂ ਇੱਕ ਸ਼ਾਨਦਾਰ ਮਹਿਲ ਖੜਾ ਵੇਖ ਰਹੇ ਹਾਂ। ਫਿਰ ਇਸ ਦਿਨ ਨੂੰ ਅਭਾਗਾ ਕਿਵੇਂ ਕਿਹਾ ਜਾ ਸਕਦਾ ਹੈ? ਗੁਰੂ ਸਾਹਿਬ ਜੀ ਇਸ ਪਵਿੱਤਰ ਸ਼ਹੀਦੀ ਨੇ ਹੀ ਤਾਂ ਇਸ ਮਹਾਨ ਸਿੱਖ ਕੌਮ ਨੂੰ ਜਨਮ ਦਿੱਤਾ ਸੀ। ਬਾਦਸ਼ਾਹੀ ਹੁਕਮ ਪੂਰਾ ਕਰਨ ਲਈ ਸਵੇਰੇ ਹੀ ਦਿੱਲੀ ਦੇ ਹਾਕਮ ਤੇ ਕਾਜੀ ਤਿਆਰ ਹੋ ਗਏ। ਬੰਦੀਖਾਨੇ ਤੋਂ ਲੈ ਕੇ ਚਾਂਦਨੀ ਚੌਕ ਤੱਕ ਮੁਗਲ ਫੌਜ ਦਾ ਜ਼ਬਰਦਸਤ ਪਹਿਰਾ ਲਾ ਦਿੱਤਾ ਗਿਆ। ਸਤਿਗੁਰਾਂ ਨੂੰ ਲੋਹੇ ਦੇ ਪਿੰਜਰੇ ਵਿੱਚੋਂ ਕੱਢਿਆ ਗਿਆ ਤੇ ਸਖਤ ਫੌਜੀ ਪਹਿਰੇ ਵਿੱਚ ਚਾਂਦਨੀ ਚੌਕ ਲਿਆਂਦਾ ਗਿਆ। ਚਾਂਦਨੀ ਚੌਕ ਲੋਕਾਂ ਦੀ ਬਹੁਤ ਭੀੜ ਸੀ। ਭਾਰੀ ਗਿਣਤੀ ਵਿੱਚ ਹਿੰਦੂ ਤੇ ਮੁਸਲਮਾਨ ਇਸ ਜ਼ੁਲਮ ਨੂੰ ਦੇਖਣ ਦੇ ਲਈ ਆਏ ਸੀ। ਜ਼ੁਲਮ ਤੇ ਸਬਰ ਦੀਆਂ ਹੱਦਾਂ ਕਿੱਥੇ ਜਾ ਕੇ ਇਕੱਠੀਆਂ ਹੁੰਦੀਆਂ ਹਨ, ਅੱਜ ਇਸ ਗੱਲ ਦਾ ਫੈਸਲਾ ਹੋਣ ਵਾਲਾ ਸੀ। ਲੋਕਾਂ ਦੇ ਹਿਰਦੇ ਸਹਿਮੇ ਹੋਏ ਸਨ। ਇਤਨੇ ਵੱਡੇ ਤੇ ਨਿਰਦੋਸ਼ ਮਹਾਂਪੁਰਖ ਦਾ ਕਤਲ ਮੁਗਲ ਰਾਜ ਦੀ ਤਬਾਹੀ ਦਾ ਮੂਜਬ ਬਣ ਜਾਵੇਗਾ। ਇਹ ਗੱਲ ਅੰਦਰ ਹੀ ਅੰਦਰ ਹਰੇਕ ਆਦਮੀ ਦੇ ਦਿਲ ਵਿੱਚ ਸੀ। ਜੇ ਨਹੀਂ ਸੀ ਤਾਂ ਹੰਕਾਰੇ ਹੋਏ ਮੁਗਲ ਹਾਕਮਾਂ ਦੇ ਨਹੀਂ ਸੀ, ਜਿਨ੍ਹਾਂ ਨੂੰ ਕਿ ਹਕੂਮਤ ਦਾ ਨਸ਼ਾ। ਉਹ ਸਮਝਦੇ ਸਨ ਕਿ ਉਹ ਇੱਕ ਬਹੁਤ ਵੱਡਾ ਪੁੰਨ ਕਰ ਰਹੇ ਹਨ। ਉਹ ਇਹ ਗੱਲ ਸੋਚ ਵੀ ਨਹੀਂ ਸਕਦੇ ਸਨ ਕਿ ਉਹ ਮਹਾਨ ਸ਼ਖਸੀਅਤ ਨੂੰ ਕਤਲ ਨਹੀਂ ਕਰਨ ਲੱਗੇ, ਸਗੋਂ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਲੱਗੇ ਹਨ ਤੇ ਮੁਸਲਮਾਨੀ ਇਨਸਾਫ ਨੂੰ ਮਿੱਟੀ ਵਿੱਚ ਮਿਲਾਈ ਜਾ ਰਹੇ ਹਨ। ਇਸ ਪਰ ਉਹ ਬਦਨਾਮ ਧੱਬਾ ਲਾਉਣ ਲੱਗੇ ਨੇ ਜੋ ਕਦੇ ਵੀ ਧੋਇਆ ਨਹੀਂ ਜਾ ਸਕੇਗਾ, ਜਿਸ ਦੀ ਮੈਲ ਕਦੇ ਵੀ ਨਹੀਂ ਉਤਰੇਗੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਫੌਜ ਦੇ ਸਖਤ ਪਹਿਰੇ ਹੇਠ ਇੱਕ ਖੂਹ ਤੇ ਗਏ। ਉੱਥੇ ਇਸ਼ਨਾਨ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਵਾਪਸ ਆ ਗਏ। ਚਾਂਦਨੀ ਚੌਕ ਵਿੱਚ ਇੱਕ ਬੋਹੜ ਸੀ।
ਹਜੂਰ ਚੌਂਕੜੀ ਮਾਰ ਕੇ ਉਸ ਹੇਠ ਬਹਿ ਗਏ ਤੇ ਪਾਠ ਕਰਦੇ ਰਹੇ। ਕਾਜੀ ਨੇ ਮੌਤ ਦਾ ਹੁਕਮ ਸੁਣਾਇਆ। ਤਿੰਨੇ ਸ਼ਰਤਾਂ ਇੱਕ ਵਾਰ ਫੇਰ ਗੁਰੂ ਜੀ ਦੇ ਸਾਹਮਣੇ ਰੱਖੀਆਂ ਗਈਆਂ। ਗੁਰੂ ਜੀ ਨੇ ਆਖਿਆ, ਭਾਈ ਸੱਤ ਕਰਤਾਰ ਆਖੋ ਤੇ ਆਪਣਾ ਕੰਮ ਕਰੋ। ਕਾਜੀ ਨੇ ਪੁੱਛਿਆ, ਤੁਹਾਡਾ ਨਾਮ ਤੇਗ ਬਹਾਦਰ ਕਿਉਂ ਹੈ? ਤੁਸੀਂ ਤੇਗ ਚਲਾਓ, ਥੋੜੇ ਦਿਨਾਂ ਤੱਕ ਆਪੇ ਪਤਾ ਲੱਗ ਜਾਵੇਗਾ। ਗੁਰੂ ਜੀ ਨੇ ਉੱਤਰ ਦਿੱਤਾ ਤੇ ਗਰਦਨ ਝੁਕਾ ਕੇ ਜਲਾਦ ਨੂੰ ਆਖਿਆ, ਆ ਭਾਈ ਆਪਣਾ ਕੰਮ ਕਰ। ਸੈਯਦ ਜਲਾਲੂਦੀਨ ਸਮਾਣੇ ਵਾਲੇ ਨੇ ਜਲਾਦ ਦੀ ਡਿਊਟੀ ਭੁਗਤਾਈ। ਇਸ ਕੰਮ ਨੂੰ ਸਵਾਬ ਸਮਝ ਕੇ ਉਸਨੇ ਤਲਵਾਰ ਚੁੱਕੀ ਤੇ ਸਾਹਿਬਾ ਦੀ ਗਰਦਨ ਤੇ ਚਲਾ ਦਿੱਤੀ। ਸਤਿਗੁਰਾਂ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਆਪਣੇ ਖਿਆਲ ਅਨੁਸਾਰ ਮੁਗਲ ਹਾਕਮਾਂ ਇਹ ਬਹੁਤ ਵੱਡਾ ਪੁੰਨ ਕੀਤਾ। ਉਹ ਬਦਨਸੀਬ ਇਹ ਵੀ ਨਾ ਸਮਝ ਸਕੇ ਕਿ ਉਹ ਮੁਗਲ ਰਾਜ ਘਰਾਣੇ ਦੀਆਂ ਜੜ੍ਹਾਂ ਪੁੱਟ ਰਹੇ ਸਨ। ਇਸਲਾਮ ਦੇ ਨੇਕ ਨਾਮ ਨੂੰ ਸਦਾ ਲਈ ਕਲੰਕ ਦਾ ਟਿੱਕਾ ਲਾ ਰਹੇ ਸਨ। ਕੁਰਬਾਨੀ ਹੀ ਕੌਮਾਂ ਦੀ ਜ਼ਿੰਦਗੀ ਦਾ ਨਿਸ਼ਾਨ ਹੈ। ਕੌਮਾਂ ਡਿੱਗਦੀਆਂ ਵੀ ਆਈਆਂ ਨੇ ਤੇ ਉੱਠਦੀਆਂ ਵੀ। ਡਿੱਗਣਾ ਤੇ ਉੱਠਣਾ ਕੁਦਰਤ ਦਾ ਇੱਕ ਨਿਯਮ ਹੈ, ਪਰ ਕੌਮ ਉੱਠਦੀ ਵੀ ਉਹੋ ਹੀ ਹੈ ਜਿਸ ਵਿੱਚ ਜ਼ੁਲਮ ਦੇ ਅੱਗੇ ਆਕੜਨ ਦੀ ਸੱਤਿਆ ਹੋਵੇ, ਜ਼ਾਲਮ ਦੀ ਤਲਵਾਰ ਨਾਲ ਸਿੰਟ ਕਟਾਉਣ ਦੀ ਸ਼ਕਤੀ ਹੋਵੇ, ਪਰ ਜ਼ੁਲਮ ਅੱਗੇ ਸਿਰ ਕਦੇ ਨਾ ਨਿਵਾਏ। ਇੱਕ ਸ਼ਹੀਦ ਲੱਖਾਂ ਸੂਰਮੇ ਪੈਦਾ ਕਰਦਾ ਹੈ ਤੇ ਉਹ ਜ਼ੁਲਮ ਦੇ ਮੁਕਾਬਲੇ ਡਟ ਕੇ ਉਸ ਦਾ ਖਾਤਮਾ ਕਰ ਦਿੰਦੇ ਹਨ। ਇਤਿਹਾਸ ਨੇ ਇਸ ਗੱਲ ਨੂੰ ਕਈ ਵਾਰ ਦੁਹਰਾਇਆ। ਸਿੱਖ ਇਤਿਹਾਸ ਲੈ ਲਓ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਹੇਠ ਸਿੱਖਾਂ ਦੇ ਹੱਥ ਵਿੱਚ ਤਲਵਾਰ ਦੇ ਕੇ ਉਹਨਾਂ ਨੂੰ ਜ਼ੁਲਮ ਦੇ ਟਾਕਰੇ ਲਈ ਜੰਗ ਦੇ ਮੈਦਾਨ ਵਿੱਚ ਉਤਾਰ ਦਿੱਤਾ ਤੇ ਉਹਨਾਂ ਨੇ ਮੁਗਲ ਸੈਨਾ ਦੇ ਦੰਦ ਖੱਟੇ ਕੀਤੇ ਤੇ ਸ਼ਾਹਜਹਾਨ ਨੂੰ ਸਿੱਖਾਂ ਦੇ ਮਿੱਤਰ ਬਣ ਕੇ ਰਹਿਣਾ ਪਿਆ। ਉਸ ਦੇ ਪਿੱਛੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ। ਫਿਰ ਇਹ ਬੇਟਾ ਸ਼ਹੀਦੀ ਕੀ ਸੀ? ਸਿੱਖਾਂ ਦੇ ਲਈ ਇਨਕਲਾਬ ਦਾ ਸੁਨੇਹਾ ਸੀ। ਬਸ ਫਿਰ ਕੀ ਸੀ? ਉਹ ਸਿੱਖ ਜਿਹੜੇ ਹਾਲਾਂ ਤੱਕ ਵੀ ਮਾਲਾ ਦੇ ਮਣਕੇ ਗਿਣਨ ਤੋਂ ਅੱਗੇ ਨਹੀਂ ਸਨ ਗਏ, ਉਹਨਾਂ ਨੇ ਵੀ ਤਲਵਾਰ ਚੁੱਕ ਲਈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਗਿੱਦੜਾਂ ਨੂੰ ਸ਼ੇਰਾਂ ਦਾ ਰੂਪ ਦਿੱਤਾ ਅਤੇ ਉਹ ਅਜਿਹੀ ਭਬਕ ਮਾਰ ਕੇ ਉੱਠੇ ਕਿ 700 ਸਾਲਾਂ ਦੀ ਜੰਮੀ ਹੋਈ ਇਸਲਾਮੀ ਹਕੂਮਤ ਨੂੰ ਜੜ੍ਹਾਂ ਤੋਂ ਪੁੱਟ ਕੇ ਖਾਰੇ ਸਾਗਰ ਵਿੱਚ ਸੁੱਟ ਪਾਇਆ, ਜਿੱਥੋਂ ਉਹ ਕਦੇ ਉੱਭਰ ਨਹੀਂ ਸਕੇਗੀ, ਅਤੇ ਉੱਤਰੀ ਹਿੰਦੁਸਤਾਨ ਵਿੱਚ ਇੱਕ ਸੁਤੰਤਰ ਸਿੱਖ ਸਲਤਨਤ ਕਾਇਮ ਕਰ ਦਿੱਤੀ। ਆਖਰੇ ਕਿਸਨੇ ਕੀਤਾ? ਇਹ ਸਭ ਕੁਝ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਮਹਾਨ ਕੁਰਬਾਨੀ ਦਾ ਨਤੀਜਾ ਹੈ। ਬੇਟਾ, ਜਿਸ ਸਮੇਂ ਜਲਾਦ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਜੁਦਾ ਕੀਤਾ, ਚਾਂਦਨੀ ਚੌਂਕ ਵਿੱਚ ਤਕੜੀ ਗੜਬੜੀ ਜਿਹੜੀ ਹੈ ਉਹ ਪੈ ਗਈ। ਲੋਕ ਬੇਵਸ ਹੋ ਕੇ ਇੱਧਰ ਉੱਧਰ ਨਿਕਲ ਤੁਰੇ, ਕਿਉਂਕਿ ਮੁਗਲ ਹਾਕਮਾਂ, ਕਾਜ਼ੀਆਂ ਤੇ ਜਲਾਦਾਂ ਦਾ ਕੰਮ ਵੀ ਖਤਮ ਹੋ ਚੁੱਕਿਆ ਸੀ, ਇਸ ਲਈ ਉਹ ਵੀ ਨਿਕਲ ਗਏ। ਤਕੜੀ ਭੀੜ ਸੀ ਇਸ ਸਮੇਂ ਚਾਂਦਨੀ ਚੌਂਕ ਵਿੱਚ। ਦੂਜਾ, ਉਸ ਸਮੇਂ ਸਖਤ ਹਨੇਰੀ ਚੱਲ ਪਈ। ਅੱਖਾਂ ਵਿੱਚ ਮਿੱਟੀ ਘੱਟਾ ਪੈਣ ਲੱਗਾ। ਇਸ ਭੀੜ ਤੇ ਗੜਬੜੀ ਤੋਂ ਫਾਇਦਾ ਉਠਾਉਣ ਲਈ ਗੁਰੂ ਜੀ ਦਾ ਇੱਕ ਸਿੱਖ ਭਾਈ ਜੈਤਾ ਜੀ ਅੱਗੇ ਵਧਿਆ ਤੇ ਹੌਲੀ ਜਿਹੀ ਸਾਹਿਬਾਂ ਦਾ ਸੀਸ ਚੁੱਕ ਕੇ ਚਾਦਰ ਵਿੱਚ ਲਪੇਟ ਕੇ ਆਨੰਦਪੁਰ ਦੇ ਰਾਹ ਪੈ ਗਿਆ। ਦਿੱਲੀੋਂ ਭੱਜ ਕੇ ਉਸਨੇ ਤਰਾਵੜੀ ਆ ਕੇ ਸਾਹ ਲਿਆ ਤੇ ਉੱਥੋਂ ਅੱਗੇ ਦਿਨ ਰਾਤ ਪੈਂਡਾ ਕਰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਆ ਪੁੱਜਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦਾ ਕਾਰਨਾਮਾ ਦੇਖ ਕੇ ਉਸ ਨੂੰ ਗਲ ਨਾਲ ਲਾ ਕੇ ਰੰਗ ਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ। ਸ਼੍ਰੀ ਅਨੰਦਪੁਰ ਸਾਹਿਬ 9ਵੇਂ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਬੜੇ ਸਤਿਕਾਰ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਨੇ ਕੀਤਾ। ਹੁਣ ਧੜ ਦੀ ਗੱਲ ਸੁਣ ਲਓ। ਹਾਕਮ ਨੇ ਗੁਰੂ ਜੀ ਦਾ ਧੜ ਤੇ ਸੀਸ ਚਾਂਦਨੀ ਚੌਂਕ ਵਿੱਚ ਹੀ ਪਿਆ ਰਹਿਣ ਦਿੱਤਾ ਸੀ। ਸੀਸ ਤਾਂ ਭਾਈ ਜੈਤਾ ਜੀ ਲੈ ਗਿਆ, ਪਰ ਧੜ ਹਾਲਾਂ ਉੱਥੇ ਹੀ ਪਿਆ ਸੀ। ਗੁਰੂ ਜੀ ਦੇ ਪਵਿੱਤਰ ਧੜ ਦੀ ਬੇਅਦਬੀ ਹੋਵੇ, ਗੁਰੂ ਜੀ ਦੇ ਸਿੱਖ ਇਹ ਗੱਲ ਕਿਸੇ ਤਰ੍ਹਾਂ ਵੀ ਨਹੀਂ ਸਹਾਰ ਸਕਦੇ ਸਨ। ਉਹ ਤਾਂ ਆਪਣਾ ਸਾਰਾ ਪਰਿਵਾਰ ਗੁਰੂ ਅਰਪਣ ਕਰਨ ਲਈ ਤਿਆਰ ਖੜੇ ਸਨ। ਇਸ ਲਈ ਗੁਰੂ ਦਾ ਇੱਕ ਯੋਧਾ ਸਿੱਖ ਨਿਤਰਿਆ ਤੇ ਗੁਰੂ ਜੀ ਦਾ ਧੜ ਲੈ ਗਿਆ। ਇਸ ਬਹਾਦਰ ਸਿੱਖ ਦਾ ਨਾਮ ਲੱਖੀ ਸ਼ਾਹ ਵਣਜਾਰਾ ਸੀ। ਇਸ ਮਹਾਨ ਕੰਮ ਲਈ ਇਸਨੇ ਜਮਨਾ ਦੇ ਨਿਗਮ ਬੋਧ ਘਾਟ ਵੱਲੋਂ ਰੂਹ ਦੀਆਂ 100 ਬੈਲ ਗੱਡੀਆਂ ਭਰੀਆਂ ਤੇ ਰਾਤ ਦੇ ਹਨੇਰੇ ਵਿੱਚ ਰਾਏ ਸੀਨੇ ਵੱਲ ਤੋਰ ਦਿੱਤੀਆਂ। ਜਦ ਇਹ ਗੱਡੀਆਂ ਚਾਂਦਨੀ ਚੌਂਕ ਵਿੱਚ ਪੁੱਜੀਆਂ ਤਦ ਉਸਨੇ ਬੜੀ ਹੁਸ਼ਿਆਰੀ ਨਾਲ ਸਤਿਗੁਰਾਂ ਦਾ ਧੜ ਚੁੱਕ ਕੇ ਇੱਕ ਗੱਡੀ ਵਿੱਚ ਧਰ ਲਿਆ। ਇਹ ਸਿੱਖ ਰਾਏ ਸੀਨੇ ਦਾ ਹੀ ਰਹਿਣ ਵਾਲਾ ਸੀ। ਰਾਏ ਸੀਨੇ ਪਹੁੰਚ ਕੇ
ਹੁਣ ਉਸਨੇ ਸੋਚਿਆ ਕਿ ਇਸ ਮਹਾਪਵਿੱਤਰ ਧੜ ਦਾ ਸੰਸਕਾਰ ਕਿਵੇਂ ਕੀਤਾ ਜਾਵੇ। ਉਸਨੇ ਆਪਣੇ ਮਕਾਨ ਦੇ ਇੱਕ ਕਮਰੇ ਵਿੱਚ ਚੰਦਨ ਦੀ ਚਿਖਾ ਤਿਆਰ ਕੀਤੀ ਅਤੇ ਸਾਹਿਬ ਸਤਿਗੁਰਾਂ ਦਾ ਪਵਿੱਤਰ ਧੜ ਉੱਪਰ ਰੱਖ ਕੇ ਅੱਗ ਲਾ ਦਿੱਤੀ। ਭਾਈ ਜੀ ਉੱਪਰੋਂ ਰੌਲਾ ਪਾਈ ਜਾਂਦੇ ਸਨ ਕਿ ਲੋਕੋ ਮੇਰਾ ਘਰ ਸੜ ਗਿਆ, ਪਰ ਅੱਗ ਬੁਝਾਉਣ ਦਾ ਉਪਰਾਲਾ ਕੋਈ ਨਹੀਂ ਸਨ ਕਰਦੇ। ਦਿਲੋਂ ਉਹ ਪ੍ਰਸੰਨ ਸਨ ਕਿ ਉਹਨਾਂ ਨੇ ਜਿਸ ਮਹਾਨ ਕੰਮ ਨੂੰ ਹੱਥਾਂ ਵਿੱਚ ਲਿਆ ਸੀ, ਅਕਾਲ ਪੁਰਖ ਦੀ ਕਿਰਪਾ ਨਾਲ ਉਹ ਨੇਪਰੇ ਚੜ ਗਿਆ ਹੈ। ਸਵੇਰ ਤੱਕ ਅੰਗੀਠਾ ਬਲ ਕੇ ਠੰਡਾ ਹੋ ਚੁੱਕਿਆ ਸੀ। ਭਾਈ ਜੀ ਨੇ ਗੁਰੂ ਜੀ ਦੇ ਫੁੱਲ ਬੜੇ ਸਤਿਕਾਰ ਨਾਲ ਚੁਣੇ ਤੇ ਇੱਕ ਗਾਗਰ ਵਿੱਚ ਪਾ ਕੇ ਰੱਖ ਦਿੱਤੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਅਸਥਾਨ ਚਾਂਦਨੀ ਚੌਕ ਵਿੱਚ ਹੈ। ਇਸ ਯਾਦ ਵਿੱਚ ਉੱਥੇ ਸ਼ਹੀਦਗੰਜ ਗੁਰਦੁਆਰਾ ਸ਼ੀਸ਼ਗੰਜ ਬਣਿਆ ਹੋਇਆ ਹੈ। ਧੜ ਦੀ ਯਾਦ ਵਿੱਚ ਗੁਰਦੁਆਰਾ ਠੀਕ ਉੱਥੇ ਹੀ ਹੈ ਜਿੱਥੇ ਕਿ ਭਾਈ ਲੱਖੀ ਸ਼ਾਹ ਵਣਜਾਰੇ ਨੇ ਸਤਿਗੁਰਾਂ ਦਾ ਸੰਸਕਾਰ ਕੀਤਾ ਸੀ। ਇਸ ਗੁਰਦੁਆਰੇ ਦਾ ਨਾਮ ਰਕਾਬਗੰਜ ਹੈ ਤੇ ਇਹ ਨਵੀਂ ਦਿੱਲੀ ਵਿੱਚ ਸਥਿਤ ਹੈ। ਧੰਨਵਾਦ।